ਗਗਨ ਦਮਾਮਾ ਬਾਜਿਓ, ਪਰਿਓ ਨਿਸਨ ਘਾਓ। ਖੇਤ ਜੋ ਮਾਂਡਿਓ ਸੂਰਮਾ, ਅਬ ਜੂਝਨ ਕੋ ਦਾਓ। ਸੂਰਾ ਸੋ ਪਹਿਚਾਨੀਐ, ਜੋ ਲਰ ਦੀਨ ਕੇ ਹੇਤ। ਪੁਰਜਾ ਪੁਰਜਾ ਕਟ ਮਾਰੈ, ਕਬਹੂ ਨਾ ਛਾਡੈ ਖੇਤ। ਜੋ ਸੂਰਾ ਤਿਸ ਹੀ ਹੋਏ ਮਰਣਾ, ਜੋ ਭਾਗੈ ਤਿਸ ਜੋਨੀ ਫਿਰਣਾ। ਪਰਮ ਸਨਮਾਨਯੋਗ ਗੁਰਤਾ ਗੱਦੀ ਤੇ ਸਬਾਈਮਾਨ ਚਵਰ ਛਤਰ ਤਖ਼ਤ ਜੀ ਦੇ ਮਾਲਕ, ਯਾਹਰਾਜ ਹੂਰ ਹਾਜਰਾ ਹਜੂਰ, ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ, ਧੰਨ 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 ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਸਤ ਸੰਗਤ ਰੂਪ ਹੋ ਕਰਕੇ ਹਾਜ਼ਰੀਆਂ ਭਰ ਰਹੇ ਗੁਰੂ ਪਿਆਰਿਓ, ਗੁਰੂ ਸਵਾਰਿਓ, ਸਤਿਕਾਰ ਸਹਿਤ ਗੁਰ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਨਗਰ ਮਹਿਦੀਪੁਰ ਦੀਆਂ ਸਮੁੱਚੀਆਂ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਉਦਮ ਉਪਰਾਲਾ ਕਰਕੇ ਸਤਿਗੁਰਾਂ ਦੇ ਸਮੇਂ ਤੋਂ ਲੈ ਕਰਕੇ ਅਜੋਕੇ ਸਮੇਂ ਤੱਕ ਜਿੰਨੇ ਵੀ ਸ਼ਹੀਦ ਦੇਸ਼ ਕੌਮ ਵਾਸਤੇ, ਸਿੱਖ ਕੌਮ ਵਾਸਤੇ, ਧਰਮ ਵਾਸਤੇ ਆਪਣਾ ਜੀਵਨ ਨਿਸ਼ਾਵਰ ਕਰ ਗਏ ਨੇ, ਉਹਨਾਂ ਸਮੁੱਚੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਇਹ ਗੁਰਮਤਿ ਸਮਾਗਮ ਇਸ ਵਾਰ ਵੀ ਉਲੀਕੇ ਗਏ। ਅੱਜ ਦੂਸਰੇ ਦਿਨ ਦੇ ਗੁਰਮਤਿ ਸਮਾਗਮ ਚੱਲ ਰਹੇ ਨੇ। ਦਾਸ ਤੋਂ ਪਹਿਲਾਂ ਆਪ ਜੀ ਨੇ ਗੁਰੂ ਸਵਾਰੇ ਕੀਰਤਨੀਆਂ ਪਾਸੋਂ ਪਾਵਨ ਗੁਰਬਾਣੀ ਦਾ ਸ਼ਬਦ ਕੀਰਤਨ ਸਰਵਣ ਕੀਤਾ ਹੈ। ਜਦੋਂ ਅਸੀਂ ਇਤਿਹਾਸ ਨੂੰ ਪੜ੍ਹਦੇ ਹਾਂ ਤੇ ਜ਼ਿਕਰ ਮਿਲਦਾ ਹੈ ਕਿ ਜਦੋਂ ਤੋਂ ਸਿੱਖ ਧਰਮ ਪੈਦਾ ਹੋਇਆ ਹੈ ਉਦੋਂ ਤੋਂ ਲੈ ਕਰਕੇ ਸਿੱਖ ਕੌਮ ਦੇ ਵਿੱਚ ਸ਼ਹਾਦਤਾਂ ਦਾ ਦੌਰ ਵੀ ਚੱਲਦਾ ਹੈ। ਸਤਿਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ 2 ਸਿੱਖ ਸ਼ਹੀਦੀ ਦਾ ਜਾਮ ਪੀਂਦੇ ਨੇ, ਜਿਨ੍ਹਾਂ ਦਾ ਇਤਿਹਾਸ ਵਿੱਚੋਂ ਅਸੀਂ ਜ਼ਿਕਰ ਪੜ੍ਹਦੇ ਹਾਂ। ਪਹਿਲੇ ਸਿੱਖ ਨੇ ਭਾਈ ਰੁਕਨਦੀਨ ਕਾਜੀ, ਜਿਨ੍ਹਾਂ ਨੂੰ ਗੁਰੂ ਪਿਆਰ ਵਾਲਿਓ 22 ਦਿਨ ਧਰਤੀ ਵਿੱਚ ਦੱਬ ਕੇ ਰੱਖਿਆ ਗਿਆ। ਕੇਵਲ ਉਹਦਾ ਸਿਰ ਬਾਹਰ ਸੀ, ਮੂੰਹ ਬਾਹਰ ਸੀ। ਰੋਜ਼ਾਨਾ ਉਸ ਨੂੰ 30 ਕੋਰੜੇ ਮਾਰੇ ਜਾਂਦੇ ਸਨ। ਕਿਸ ਕਾਰਨ? ਕਿਉਂਕਿ ਕਾਜੀ ਰੁਕਨਦੀਨ ਨੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਨਾਲ ਵਿਚਾਰ ਚਰਚਾ ਕੀਤੀ ਹੈ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਰੁਕਨਦੀਨ ਕਾਜੀ ਦੇ ਹਰ ਸਵਾਲ ਦਾ ਜਵਾਬ ਬੜਾ ਤਸੱਲੀ ਬਖਸ਼ ਦਿੱਤਾ ਹੈ। ਕਾਜੀ ਰੁਕਨਦੀਨ ਦੀ ਤਸੱਲੀ ਹੋਈ ਤੇ ਸਤਿਗੁਰਾਂ ਦੇ ਚਰਨੀ ਪਿਆ ਤੇ ਗੁਰੂ ਕਾ ਸਿੱਖ ਬਣ ਗਿਆ। ਹੁਣ ਕਾਜੀ ਦਾ ਅਹੁਦਾ ਕੋਈ ਛੋਟਾ ਜਿਹਾ ਨਹੀਂ। ਗੁਰਮੁਖੋ, ਜਿਵੇਂ ਆਪਣੀ ਸਿੱਖ ਕੌਮ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਸਨਮਾਨ ਹੈ, ਸਤਿਕਾਰ ਹੈ, ਇਸੇ ਤਰ੍ਹਾਂ ਇਸਲਾਮ ਦੇ ਵਿੱਚ ਕਾਜੀ ਦਾ ਸਨਮਾਨ ਹੈ। ਕਿਸੇ ਕੌਮ ਦਾ ਜਥੇਦਾਰ, ਕਿਸੇ ਕੌਮ ਦਾ ਧਾਰਮਿਕ ਆਗੂ
ਆਪਣੇ ਧਰਮ ਨੂੰ ਛੱਡ ਕਰਕੇ ਦੂਜੇ ਧਰਮ ਵਿੱਚ ਚਲਾ ਜਾਵੇ ਤੇ ਹਲਚਲ ਮਚੇਗੀ। ਜਦੋਂ ਕਾਜੀ ਗੁਰੂ ਕਾ ਸਿੱਖ ਬਣਿਆ ਹੈ ਤੇ ਇਸਲਾਮ ਦੇ ਵਿੱਚ ਹਲਚਲ ਮਚੀ, ਉਹਨਾਂ ਨੇ ਕਾਜੀ ਦਾ ਵਿਰੋਧ ਕੀਤਾ ਹੈ ਕਿ ਇਹ ਤੂੰ ਕਰਮ ਠੀਕ ਨਹੀਂ ਕੀਤਾ, ਅਜੇ ਵੀ ਮੌਕਾ ਹੈ, ਤੂੰ ਇਸ ਗਲਤੀ ਦੀ ਮੁਆਫੀ ਮੰਗ ਲੈ ਤੇ ਇਸਲਾਮ ਵਿੱਚ ਦੁਬਾਰਾ ਸ਼ਾਮਲ ਹੋ ਜਾਏ। ਤੇ ਕਾਜੀ ਰੁਕਨਦੀਨ ਨੇ ਆਖਿਆ, ਮੈਂ ਕੋਈ ਗਲਤੀ ਨਹੀਂ ਕੀਤੀ, ਮੈਂ ਗੁਰੂ ਨਾਨਕ ਦਾ ਸੇਵਕ ਹਾਂ, ਗੁਰੂ ਨਾਨਕ ਨੂੰ ਕਦੇ ਛੱਡ ਨਹੀਂ ਸਕਦਾ। ਬਸ ਸਿੱਖੀ ਤੋਂ ਤੋੜਨ ਵਾਸਤੇ, ਗੁਰੂ ਨਾਨਕ ਦੇ ਦਰ ਤੋਂ ਤੋੜਨ ਵਾਸਤੇ 22 ਦਿਨ ਧਰਤੀ ਵਿੱਚ ਉਸ ਨੂੰ ਦੱਬਿਆ ਗਿਆ, ਉਹਦਾ ਸਿਰ ਕੇਵਲ ਬਾਹਰ ਰੱਖਿਆ ਗਿਆ, ਭੁੱਖਣ ਭਾਣਾ ਰੱਖਿਆ ਗਿਆ, ਸਿਰ ਵਿੱਚ ਰੋਜ਼ 30 ਕੋਰੜੇ ਮਾਰੇ ਗਏ। ਇਹੀ ਮਨਾਇਆ ਗਿਆ ਕਿ ਤੂੰ ਗੁਰੂ ਨਾਨਕ ਦੀ ਸਿੱਖੀ ਛੱਡ ਦੇ। ਪਰ ਉਹਦਾ ਸਿਦਕ, ਉਹਦਾ ਸਿਰੜ ਅੰਤਲੇ ਸਵਾਸਾਂ ਤੱਕ ਪਾਰ ਉਤਰਿਆ ਹੈ। ਸੇਵਕ ਕੀ ਓੜਕ ਨਿਭਹੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ, ਚਲਤੇ ਰਾਖਿਓ ਚੀਤ। ਉਹ ਗੁਰੂ ਕਾ ਸਿੱਖ ਭਾਈ ਰੁਕਨਦੀਨ ਸ਼ਹਾਦਤ ਦਾ ਜਾਮ ਪੀ ਗਿਆ, ਪਰ ਗੁਰੂ ਨਾਨਕ ਦੀ ਸਿੱਖੀ ਨੂੰ ਤਲਾਂਜਨੀ ਨਹੀਂ ਦਿੱਤੀ। ਉਸ ਤੋਂ ਬਾਅਦ ਭਾਈ ਤਾਰਾ ਸ਼ਹੀਦ ਹੁੰਦਾ ਹੈ, ਗੁਰੂ ਨਾਨਕ ਸਾਹਿਬ ਦਾ ਸਿੱਖ। ਸ਼ਹਾਦਤਾਂ ਦਾ ਦੌਰ ਚੱਲਦਾ ਹੈ। ਪੰਚਮ ਗੁਰਦੇਵ ਸ਼ਹਾਦਤ ਦਾ ਜਾਮ ਪੀਂਦੇ ਨੇ, ਤਤੀ ਤਵੀ ਤੇ ਬਿਠਾਇਆ ਜਾਂਦਾ ਹੈ। ਅਨੇਕਾਂ ਤਰ੍ਹਾਂ ਦੇ ਤਸੀਹੇ ਦਿੱਤੇ ਜਾਂਦੇ ਨੇ, ਦੇਗ ਵਿੱਚ ਵੀ ਉਬਾਲਿਆ ਗਿਆ ਹੈ, ਤਤੀ ਤਵੀ ਤੇ ਬਿਠਾ ਕਰਕੇ ਉੱਪਰ ਤਤੀ ਰੇਤਾ ਪਾਈ ਗਈ ਹੈ। ਸ਼ਹਾਦਤ ਦਾ ਜਾਮ ਪੀ ਗਏ ਨੇ। ਇੱਕ ਵਿਦਵਾਨ ਨੇ ਬੜਾ ਸੁੰਦਰ ਲਿਖਿਆ ਹੈ। ਉਹ ਵਿਦਵਾਨ ਲਿਖਦਾ ਹੈ ਕਿ ਛਾਲੇ ਦੇ ਇੱਕ ਇੱਕ ਫੁੱਲ ਵਿੱਚੋਂ ਗੁਲਜ਼ਾਰ ਪੈਦਾ ਹੋ ਗਈ, ਸੁਖਮਣੀ ਸਾਹਿਬ ਵਿੱਚੋਂ ਚੰਡੀ ਦੀ ਵਾਰ ਪੈਦਾ ਹੋ ਗਈ, ਉਬਲਦੇ ਦੇਗ ਦੇ ਪਾਣੀਓਂ ਤੂਫਾਨ ਪੈਦਾ ਹੋ ਗਿਆ, ਸੁਣਿਆ ਤਵੀ ਦੇ ਲੋਹੇ ਵਿੱਚੋਂ ਤਲਵਾਰ ਪੈਦਾ ਹੋ ਗਈ। ਉਹ ਤਵੀ ਜੋ ਗੁਰੂ ਅਰਜਨ ਸਾਹਿਬ ਜੀ ਦੇ ਥੱਲੇ ਤਪਦੀ ਸੀ, ਉਸ ਤਵੀ ਦੇ ਵਿੱਚੋਂ ਮੀਰੀ ਤੇ ਪੀਰੀ ਦਾ ਜਨਮ ਹੋਇਆ। ਛੇਵੇਂ ਪਾਤਸ਼ਾਹ ਨੇ 4 ਜੰਗ ਲੜੇ, ਉਦੋਂ ਵੀ ਸਿੱਖਾਂ ਦੀਆਂ ਸ਼ਹਾਦਤਾਂ ਹੋਈਆਂ। ਮੁਗਲਾਂ ਦਾ ਨਾਸ ਕੀਤਾ ਗਿਆ ਹੈ। ਜੇ ਮੁਗਲ ਸਖਾਨ ਲਾਹੌਰ ਵਿੱਚੋਂ ਚੜ ਕਰਕੇ ਆਉਂਦਾ 7000 ਫੌਜ ਲੈ ਕਰਕੇ ਅੰਮ੍ਰਿਤਸਰ ਦੀ ਧਰਤੀ ਤੇ ਪਹਿਲਾ ਜੰਗ ਹੋਇਆ ਤੇ ਜਿੱਤ ਸਤਿਗੁਰਾਂ ਦੀ ਹੋਈ, ਮੁਗਲ ਸਖਾਨ ਮਾਰਿਆ ਗਿਆ, ਫੌਜ ਮਾਰੀ ਗਈ। ਦੂਜਾ ਜਲੰਧਰ ਦਾ ਸੂਬਾ 15000 ਫੌਜ ਲੈ ਕਰਕੇ ਸਤਿਗੁਰਾਂ ਤੇ ਚੜ੍ਹਾਈ ਕਰਕੇ ਆਉਂਦਾ ਸ਼੍ਰੀ ਹਰਗੋਬਿੰਦਪੁਰ, ਉਦੋਂ ਨਗਰ ਨਹੀਂ ਸੀ ਵਸਿਆ। ਉਸ ਧਰਤੀ ਤੇ ਜੰਗ ਹੋਇਆ, ਪਾਤਸ਼ਾਹ ਦੀ ਜਿੱਤ ਹੋਈ, ਗੁਰੂ ਕੇ ਸਿੱਖ ਵੀ ਸ਼ਹਾਦਤਾਂ ਦਾ ਜਾਮ ਪੀ ਗਏ। ਤੀਸਰਾ ਜੰਗ ਗੁਰੂਸਰ ਮਹਾਰਾਜ ਬਠਿੰਡੇ ਦੀ ਧਰਤੀ ਤੇ ਹੋਇਆ। 35000 ਫੌਜ ਲੈ ਕਰਕੇ ਲਲਾ ਬੇਗ ਆਉਂਦਾ, ਕੰਬਰ ਬੇਗ ਆਉਂਦਾ ਹੈ ਤੇ ਸਤਿਗੁਰਾਂ ਦੇ ਹੱਥੋਂ ਮਾਰਿਆ ਜਾਂਦਾ ਹੈ। ਚੌਥਾ ਜੰਗ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਹੁੰਦਾ ਹੈ। ਪੈਂਦੇ ਖਾਨ ਨਮਕ ਹਰਾਮੀ ਬਣ ਕਰਕੇ 1 ਲੱਖ ਫੌਜ ਲੈ ਕਰਕੇ ਸਤਿਗੁਰਾਂ ਤੇ ਚੜ ਕੇ ਆਉਂਦਾ ਹੈ, ਸਤਿਗੁਰਾਂ ਦੇ ਹੱਥੋਂ ਮਾਰਿਆ ਜਾਂਦਾ ਹੈ ਤੇ ਸਤਿਗੁਰਾਂ ਦੇ ਸਿੱਖ ਵੀ ਸ਼ਹਾਦਤ ਦਾ ਜਾਮ ਪੀਂਦੇ ਨੇ। ਸ਼ਹੀਦੀ 2 ਤਰ੍ਹਾਂ ਦੀ ਹੈ, ਇੱਕ ਜੂਝ ਕਰਕੇ ਸ਼ਹੀਦ ਹੋਣਾ, ਇੱਕ ਫੜ ਕਰਕੇ ਤਸੀਹੇ ਦੇ ਕਰਕੇ ਧਰਮ ਤੋਂ ਡਲਾਉਣ ਵਾਸਤੇ ਸ਼ਹੀਦ ਕਰਨਾ। ਇਹ ਦੋਵੇਂ ਤਰ੍ਹਾਂ ਦੀਆਂ ਸ਼ਹੀਦੀਆਂ ਜਿਹੜੀਆਂ ਸਿੱਖਾਂ ਦੇ ਵਿੱਚ ਨੇ, ਜੂਝ ਕੇ ਵੀ ਸ਼ਹਾਦਤਾਂ ਦਾ ਜਾਮ ਪੀਤਾ ਹੈ ਤੇ ਧਰਮ ਨੂੰ ਬਚਾਉਣ ਵਾਸਤੇ, ਸਿੱਖੀ ਨੂੰ ਕਮਾਉਣ ਵਾਸਤੇ ਅਨੇਕਾਂ ਤਰ੍ਹਾਂ ਦੇ ਕਸ਼ਟ ਸਹਾਰੇ ਨੇ, ਜਿਹੜੇ ਕਸ਼ਟ ਸੁਣ ਕਰਕੇ ਅੰਦਰ ਕੰਬ ਜਾਂਦਾ ਹੈ। ਇਹੋ ਜਿਹੇ ਕਸ਼ਟ ਅਜੇ ਤੱਕ ਕਿਸੇ ਨੂੰ ਨਹੀਂ ਦਿੱਤੇ ਜਾਣਗੇ ਜਿਹੋ ਜਿਹੇ ਸਿੱਖਾਂ ਨੂੰ ਦਿੱਤੇ ਗਏ। ਪਰ ਕਿਸੇ ਇੱਕ ਵੀ ਸਿੱਖ ਦਾ ਜ਼ਿਕਰ ਨਹੀਂ ਮਿਲਦਾ ਜਿਹੜਾ ਧਰਮ ਤੋਂ ਡੋਲਿਆ ਹੋਵੇ, ਜਿਨੇ ਸਿੱਖੀ ਨੂੰ ਤਲਾਂਜਲੀ ਦਿੱਤੀ ਹੋਵੇ। ਸ਼ਹਾਦਤ ਦਾ ਜਾਮ ਪੀ ਗਿਆ ਹੈ ਪਰ ਸਿੱਖੀ ਤੋਂ ਮੁਨਕਰ ਨਹੀਂ ਹੋਇਆ। ਇਹ ਸ਼ਹਾਦਤਾਂ ਦਾ ਦੌਰ ਅੱਗੇ ਚੱਲਦਾ ਗਿਆ। ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਪਹਿਲਾਂ 3 ਸ਼ਹਾਦਤਾਂ ਹੁੰਦੀਆਂ ਨੇ। ਭਾਈ ਮਤੀ ਦਾਸ ਆਰੇ ਨਾਲ ਚੀਰਿਆ ਜਾਂਦਾ ਹੈ। ਭਾਈ ਸਤੀ ਦਾਸ ਜੀ ਨੂੰ ਰਬੂ ਵਿੱਚ ਲਪੇਟ ਕਰਕੇ ਅੱਗ ਲਾ ਕੇ ਸਾੜਿਆ ਜਾਂਦਾ ਹੈ। ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲਿਆ ਜਾਂਦਾ ਹੈ। ਸ਼ਹਾਦਤ ਦਾ ਜਾਮ ਪੀ ਗਏ ਗੁਰੂ ਕੇ ਸਿੱਖ, ਪਰ ਸਿੱਖੀ ਨੂੰ ਤਲਾਂਜਲੀ ਨਹੀਂ ਦਿੱਤੀ, ਧਰਮ ਵਾਸਤੇ ਕੁਰਬਾਨ ਹੋ ਗਏ ਨੇ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਹਾਦਤ ਹੁੰਦੀ ਹੈ।
ਉਸ ਤੋਂ ਬਾਅਦ ਵੀ ਸ਼ਹਾਦਤਾਂ ਦਾ ਦੌਰ ਚਾਲੂ ਰਹਿੰਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰਿਆਈ ਦੇ ਮਾਲਕ ਬਣਦੇ 1699 ਦੀ ਵਿਸਾਖੀ ਵਾਲੇ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ। ਉਸ ਤੋਂ ਅੱਗੇ ਵਿਚਾਰ ਚੱਲਦੇ ਨੇ, ਇਤਿਹਾਸ ਪੜ੍ਹਦੇ ਹਾਂ ਤੇ ਅਨੇਕਾਂ ਯੁੱਧ ਕਲਗੀਧਰ ਪਾਤਸ਼ਾਹ ਨੇ ਕੀਤੇ ਨੇ ਤੇ ਅਨੇਕਾਂ ਸਿੰਘ ਗੁਰੂ ਕੇ ਸ਼ਹਾਦਤਾਂ ਦਾ ਜਾਮ ਪੀ ਗਏ ਨੇ। ਚਮਕੌਰ ਦੀ ਗੜੀ ਦਾ ਸਾਕਾ ਪੜ੍ਹੀਏ, ਇਸੇ ਤਰ੍ਹਾਂ ਸਰਹੰਦ ਦੀਆਂ ਨੀਆਂ ਦਾ ਸਾਕਾ ਪੜ੍ਹੀਏ ਤੇ ਗੁਰੂ ਕੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਜੀ ਸਰਹੰਦ ਸ਼ਹੀਦ ਹੁੰਦੇ ਨੇ। ਵੱਡੇ ਸਾਹਿਬਜ਼ਾਦੇ ਗੁਰੂ ਪਿਆਰ ਵਾਲਿਓ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੁੰਦੇ ਨੇ। ਜਦੋਂ ਪਾਤਸ਼ਾਹ ਜੀ ਨੇ ਪੋਹ ਦੇ ਮਹੀਨੇ ਵਿੱਚ 6 ਤੇ 7 ਪੋਹ ਦੀ ਰਾਤ ਨੂੰ, ਦਰਮਿਆਨੀ ਰਾਤ ਨੂੰ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਹੈ। ਮੁਗਲਾਂ ਨੇ ਜੋ ਕਸਮਾਂ ਖਾਧੀਆਂ ਸਨ, ਪਹਾੜੀ ਰਾਜਿਆਂ ਨੇ ਜੋ ਕਸਮਾਂ ਖਾਧੀਆਂ ਸਨ, ਅੱਲਾ ਯਾਰ ਖਾਂ ਜੋਗੀ ਨੇ ਲਿਖਿਆ ਕਿ ਬਦਬਖਤੋਂ ਨੇ ਜੋ ਵਾਦਾ ਕੀਆ ਥਾ ਵਿਸਰ ਗਏ, ਨਾ ਮਰਦ कौल करके जुबां से मुकर गए, गोविंद सिंह के शेर भी फौरन बिफर गए, तलवारें सूत सूत के रण में उतर गए, मैदान को एक आन में चौरंग कर दिया, रुस्तम भी आया सामने तो दंग कर दिया। ऐसा युद्ध ओ सरसा दी कंढी ते गुरु प्यार वाले होया है। उत्थे भी अनेकां ਸਿੰਘਾਂ ਦੀਆਂ ਸ਼ਹਾਦਤਾਂ ਹੁੰਦੀਆਂ ਨੇ। मैं केवल पंछी झात इतिहास ते पा रहा, कोई प्रसंग नहीं शुरू कर रहा, क्योंकि समुचे शहीदां दी याद विच इह समागम है। ध्यान देना गुरु प्यार वालियो, सरसा नदी ते फिर सतगुरां दा परिवार विछोड़िया जांदा है। विद्वान लिखते ने, सरसा नदी ते बीतिया इउं भाना, सिंह ਸਿੰਘਾਂ तो बेशुमार विछड़े, दसम पिता तो विछड़ गई मात गुजरी, सया सिंह ते सेवादार विछड़े, फतेह सिंह ते लाडले जोरावर तो वड्डे वीर अजीत जुझार विछड़े, मणा मूही ग्रंथ ते लख मोहरा करके नदी दी भेंट दा तार विछड़े, रखिया गऊ गरीब दी करन वाली मेरे हथों ना मेरी तलवार विछड़े। विछोड़ा पैंदा है ते सतगुरु पातशाह जी सरसा नूं पार करके अगे चलते ने। मैं एक शहीद दी विथया तुहाडे सन्मुख रखना चाहना। पातशाह जदों चमकौर तो अगे चलते ने रोपड़ वाल, सो वाहिगुरू सरसा तो अगे चलते ने रोपड़ वाल, तो अगे गुजरां ते रंगड़ा ने सतगुरां दे उपर हमला कर दिता। ਸਿੰਘਾਂ ने उत्थे भी शहादतां दे जाम पीते ने। उस जंग दे विच कौम दा महान शेर जिसने कदे हाथी नूं गुरु प्यार वालिओ विन्निया सी, नागणी बरछा लै करके हाथी दे सिर ते मड़े होए 7 तवे चीर करके ਉਹਦੇ ਸਿਰ ਵਿੱਚ ਉਹ ਨਾਗਣੀ ਬਰਛਾ ਧਸਾ ਦਿੱਤਾ ਸੀ। ਕੌਮ ਦਾ ਮਹਾਨ ਜਰਨੈਲ, ਮਹਾਨ ਸ਼ੇਰ ਸ਼ਹੀਦ ਭਾਈ ਮਣੀ ਸਿੰਘ ਦਾ ਪੁੱਤਰ ਭਾਈ ਸਾਹਿਬ ਭਾਈ ਬਚਿੱਤਰ ਸਿੰਘ, ਗੁਜਰਾਂ ਤੇ ਰੰਗੜਾਂ ਦੇ ਨਾਲ ਜੰਗ ਕਰਦਿਆਂ ਹੋਇਆਂ ਕੌਮ ਦਾ ਉਹ ਸ਼ਹੀਦ ਜ਼ਖਮੀ ਹੋਇਆ ਹੈ। ਪਾਤਸ਼ਾਹ ਅੱਗੇ ਚੱਲਦੇ ਨੇ, ਜਿੱਤ ਸਤਿਗੁਰਾਂ ਦੀ ਹੁੰਦੀ ਹੈ। ਅੱਗੇ ਚੱਲ ਕਰਕੇ ਪਿੰਡ ਆਉਂਦਾ ਹੈ ਕੋਟਲਾ ਨਿਹੰਗ ਖਾਂ। ਅੱਜ ਵੀ ਉਹ ਪਿੰਡ ਉੱਥੇ ਆਬਾਦ ਹੈ। सतगुरां दा पावन अस्थान भी है। उथों दे रहन वाला चौधरी निहंग खां जो एक मुसलमान है पर सतगुरां दा श्रद्धालु है, क्योंकि गुरु प्यार वालिओ धर्म कोई नहीं माड़ा हुंदा। धर्मां विच जिहड़े बंदे माड़े हुंदे ना, वो धर्म नूं दाग ला दिंदे ने। धर्म सारे सत्कारयोग ने, ਇਹ नहीं कि कोई बंदे माड़े होण ते आपां सारे धर्म नूं भंडण लग पईए। इहो जिहा सिद्धांत सानूं सतगुरां ने नहीं दिता। ध्यान देना गुरु प्यार वालिओ, निहंग खां एक मुसलमान सी, सच्चा मुसलमान सी, गुरु घर दा श्रद्धालु सी। महाराज जदों उत्थे पहुंचे ते सतगुरां दी हाजरी विच आया, मत्था टेकिया है, कहन लगा महाराज मैनू भी कोई सेवा बख्श। महाराज कहंदे निहंग खां तैनू सेवा बख्श के जावांगे, वो सेवा तू करनी है। आख्या दाता मेरे धन पा गए, जे तुसी मैनू कोई सेवा दिओ। पातशाह कहन लगे तेरे जुम्मे सेवा यह है कि साडा सिंह भाई बचित्तर सिंह बहुत जख्मी होया है, इनू असीं अगे नाल नहीं लिजा सकते, इस करके ये तेरे घर छड्ड के चले हैं, इहदी सेवा तू करनी है। जे ठीक हो गया तो साडे कोल पहुंचा देवी,
ਜੇ ਸ਼ਹੀਦ ਹੋ ਗਿਆ ਤੇ ਇਹਦੀ ਅੰਤਮ ਕਿਰਿਆ ਨਿਭਾ ਦੇਵੇ। ਸਤਿਗੁਰੂ ਪਾਤਸ਼ਾਹ ਜੀ ਭਾਈ ਬਚਿੱਤਰ ਸਿੰਘ ਦਾ ਸਰੀਰ ਉੱਥੇ ਛੱਡ ਕਰਕੇ ਤੁਰ ਪਏ ਨੇ। ਨਿਹੰਗ ਖਾਂ ਭਾਈ ਸਾਹਿਬ ਦੀ ਸੇਵਾ ਕਰਵਾ ਰਿਹਾ। ਹੁਣ ਇੱਕ ਕਮਰੇ ਦੇ ਵਿੱਚ ਮੰਜੇ ਦੇ ਉੱਪਰ ਭਾਈ ਬਚਿੱਤਰ ਸਿੰਘ ਦਾ ਸਰੀਰ ਲਟਾਇਆ ਹੋਇਆ, ਜਿਹੜਾ ਜ਼ਖਮੀ ਹੈ। ਭਾਈ ਸਾਹਿਬ ਨੂੰ ਹੋਸ਼ ਨਹੀਂ ਗੀ, ਬੇਹੋਸ਼ ਪਏ ਹੋਏ ਨੇ। ਆਪਣੀ ਬੇਟੀ ਮੁਮਤਾਜ਼ ਨੂੰ ਭਾਈ ਸਾਹਿਬ ਦੀ ਸੇਵਾ ਵਿੱਚ ਲਾਇਆ ਹੋਇਆ ਹੈ। ਹੁਣ ਗੁਰੂ ਪਿਆਰ ਵਾਲਿਓ, ਉਧਰ ਸਰਕਾਰ ਨੂੰ ਸ਼ੱਕ ਹੋਇਆ ਹੈ ਕਿ ਨਿਹੰਗ ਖਾਂ ਦੇ ਘਰ ਵਿੱਚ ਬਾਗੀ ਠਹਿਰੇ ਨੇ। ਸਰਕਾਰੀ ਦਸਤਾ, ਫੌਜੀ ਦਸਤਾ ਉਸੇ ਵੇਲੇ ਚੱਲ ਕਰਕੇ ਆ ਗਿਆ। ਆਖਿਆ ਨਿਹੰਗ ਖਾਂ ਤੇਰੇ ਘਰ ਵਿੱਚ ਬਾਗੀ ਠਹਿਰੇ ਹੋਏ ਨੇ। ਤਾਂ ਨਿਹੰਗ ਖਾਂ ਕਹਿਣ ਲੱਗਾ ਮੇਰੇ ਘਰ ਵਿੱਚ ਕੋਈ ਬਾਗੀ ਨਹੀਂ, ਜੇ ਤੁਹਾਨੂੰ ਕੋਈ ਸ਼ੱਕ ਹੈ ਤਾਂ ਤੁਸੀਂ ਮੇਰੇ ਘਰ ਦੀ ਤਲਾਸ਼ੀ ਲੈ ਸਕਦੇ ਹਾਂ। ਉਸ ਵੇਲੇ ਗੁਰੂ ਪਿਆਰ ਵਾਲਿਓ ਤਲਾਸ਼ੀ ਲੈਣ ਲੱਗੇ। ਸਾਰੇ ਘਰ ਦੀ ਤਲਾਸ਼ੀ ਲਈ ਗਈ। ਜਿਸ ਕਮਰੇ ਵਿੱਚ ਭਾਈ ਬਚਿੱਤਰ ਸਿੰਘ ਜੀ ਸਨ ਅਤੇ ਭਾਈ ਨਿਹੰਗ ਖਾਂ ਦੀ ਬੇਟੀ ਸੇਵਾ ਕਰ ਰਹੀ ਹੈ, ਜਦੋਂ ਉਸ ਕਮਰੇ ਵਿੱਚ ਚੱਲੇ ਤਾਂ ਨਿਹੰਗ ਕਹਿਣ ਲੱਗਾ ਹੈ ਇਸ ਕਮਰੇ ਵਿੱਚ ਨਾ ਜਾਇਓ, ਇਸ ਕਮਰੇ ਵਿੱਚ ਮੇਰਾ ਧੀ ਜਵਾਈ ਹੈ। ਧਿਆਨ ਦੇਣਾ ਗੁਰੂ ਪਿਆਰ ਵਾਲਿਓ, ਸੇਵਾ ਕਰਨੀ ਬੜੀ ਔਖੀ ਹੈ, ਪਰ ਉਸ ਪਿਆਰੇ ਨੇ ਗੁਰੂ ਕੀ ਸੇਵਾ ਕੀਤੀ ਹੈ ਅਤੇ ਫੌਜ ਵਾਪਸ ਮੁੜੀ ਹੈ। ਜਦੋਂ ਫੌਜ ਵਾਪਸ ਮੁੜ ਗਈ ਹੈ ਤਾਂ ਉਸ ਵੇਲੇ ਇੰਨੇ ਚਿਰ ਨੂੰ ਭਾਈ ਬਚਿੱਤਰ ਸਿੰਘ ਜੀ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ, ਸ਼ਹੀਦ ਹੋ ਜਾਂਦੇ ਨੇ। ਇਤਿਹਾਸਕਾਰ ਇੱਕ ਬਚਨ ਲਿਖਦੇ ਨੇ ਕਿ ਜਿਹੜੀ ਬੇਟੀ ਮੁਮਤਾਜ਼ ਸੀ ਨਾ ਭਾਈ ਨਿਹੰਗ ਖਾਂ ਦੀ, ਉਹਨੇ ਸਾਰੀ ਉਮਰ ਨਿਕਾਹ ਨਹੀਂ ਕਰਾਇਆ। ਜਦੋਂ ਉਹਦੇ ਅੱਬਾ ਜਾਨ ਭਾਈ ਨਿਹੰਗ ਖਾਂ ਉਸ ਦਾ ਨਿਕਾਹ ਕਰਨ ਦੀ ਗੱਲ ਕਰਨ ਲੱਗੇ ਤਾਂ ਬੇਟੀ ਮੁਮਤਾਜ਼ ਨੇ ਆਖਿਆ ਅੱਬਾ ਜਾਨ ਮੇਰਾ ਨਿਕਾਹ ਹੋ ਚੁੱਕਾ ਹੈ, ਮੈਂ ਭਾਈ ਬਚਿੱਤਰ ਸਿੰਘ ਦੀ ਪਤਨੀ ਹਾਂ, ਮੈਂ ਨਿਕਾਹ ਨਹੀਂ ਕਰਾਉਣਾ, ਇਹ ਜੀਵਨ ਮੈਂ ਇੱਕ ਸ਼ਹੀਦ ਦੀ ਪਤਨੀ ਬਣ ਕਰਕੇ ਗੁਜ਼ਾਰਨਾ ਹੈ। ਤੇ ਗੁਰੂ ਪਿਆਰ ਵਾਲਿਓ ਇਤਿਹਾਸ ਗਵਾਏ ਕਿ ਉਸਨੇ ਸਾਰੀ ਉਮਰ ਵਿਆਹ ਨਹੀਂ ਕਰਵਾਇਆ। ਭਾਈ ਬਚਿੱਤਰ ਸਿੰਘ ਸ਼ਹੀਦ ਦੀ ਪਤਨੀ ਬਣ ਕਰਕੇ ਆਪਣਾ ਜੀਵਨ ਜਿਹੜਾ ਹੈ ਉਹ ਵਾਹਿਗੁਰੂ ਦੇ ਲੇਖੇ ਲਾਉਣਾ ਕੀਤਾ ਹੈ। ਇੱਥੇ ਬਸ ਨਹੀਂ, ਚਮਕੌਰ ਦੀ ਗੜੀ ਤੇ ਜਦੋਂ ਸਤਿਗੁਰੂ ਜੀ ਪਹੁੰਚਦੇ ਨੇ, ਉੱਥੇ ਚਮਕੌਰ ਦਾ ਉਹ ਮਹਾਨ ਯੁੱਧ ਹੁੰਦਾ ਹੈ ਜਿਸ ਯੁੱਧ ਦੀ ਗੱਲ ਕਿਸੇ ਧਰਮ ਵਿੱਚ ਨਹੀਂ ਹੋਵੇਗੀ। ਇਹੋ ਜਿਹਾ ਯੁੱਧ ਕਿਸੇ ਧਰਮ ਵਿੱਚ ਨਹੀਂ ਹੋਇਆ ਹੋਵੇਗਾ। ਐਸਾ ਮਹਾਨ ਯੁੱਧ, ਇੱਕ ਪਾਸੇ 40 ਸਿੰਘ, ਉਹ ਵੀ ਕਈ ਦਿਨਾਂ ਦੇ ਭੁੱਖਣ ਭਾਣੇ, ਕਈ ਦਿਨਾਂ ਦਾ ਉਨੀਂਦਰਾ, ਤੇ ਇੱਕ ਪਾਸੇ ਗੁਰੂ ਪਿਆਰ ਵਾਲਿਓ 10 ਲੱਖ ਫੌਜ ਚੜ ਕਰਕੇ ਆਈ ਹੈ। ਪਰ ਉਹਨਾਂ 40 ਸਿੰਘਾਂ ਦਾ ਹੌਸਲਾ ਇੰਨਾ ਕੁ ਬੁਲੰਦ ਹੈ, ਗੁਰੂ ਦੀ ਕਿਰਪਾ ਸਦਕਾ ਉਹ ਸ਼ਹਾਦਤਾਂ ਦਾ ਜਾਮ ਪੀਂਦੇ ਨੇ, ਪਰ ਉਹਨਾਂ ਦੇ ਅੰਦਰ ਭੈ ਕੋਈ ਨਹੀਂ। ਧਿਆਨ ਦੇਣਾ ਗੁਰੂ ਪਿਆਰ ਵਾਲਿਓ, ਉੱਥੇ ਮਹਾਨ ਯੁੱਧ ਹੋਇਆ। ਸਮਾਂ ਮੇਰੇ ਕੋਲ ਸੀਮਤ ਹੈ, ਮੈਂ ਵਿਸਥਾਰ ਨਹੀਂ ਕਰ ਸਕਦਾ। ਇੱਕ ਦੋ ਬਚਨ ਤੁਹਾਡੇ ਨਾਲ ਸਾਂਝੇ ਕਰਨੇ ਨੇ, ਕਿਉਂਕਿ ਕੌਮ ਦੇ ਮਹਾਨ ਵਿਦਵਾਨ ਸਿੰਘ ਸਾਹਿਬ ਭਾਈ ਰਾਮ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਖ ਪਹੁੰਚ ਚੁੱਕੇ ਨੇ। ਉਹਨਾਂ ਦੇ ਆਪਾਂ ਬਚਨ ਸਰਵਣ ਕਰਨੇ। ਦਾਸ ਤਾਂ ਉਹਨਾਂ ਦਾ ਵਿਦਿਆਰਥੀ ਹੈ ਤੇ ਉਸਤਾਦ ਦੇ ਅੱਗੇ ਬੋਲਣਾ ਬੜਾ ਔਖਾ ਹੁੰਦਾ, ਇਹ ਬੋਲਣਾ ਵੀ ਉਹਨਾਂ ਨੇ ਸਿਖਾਇਆ। ਧਿਆਨ ਦੇਣਾ ਗੁਰੂ ਪਿਆਰ ਵਾਲਿਓ, ਗੁਰੂ ਪਿਆਰ ਵਾਲਿਓ ਇੱਕ ਬਚਨ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਹੈ ਤੇ ਇੱਕੋ ਹੀ ਬਚਨ ਕਹਿ ਕੇ ਸਮਾਪਤੀ ਕਰ ਦੇਣੀ। ਚਮਕੌਰ ਦੀ ਗੜੀ ਵਿੱਚ ਜਦੋਂ ਯੁੱਧ ਦਾ ਅੰਤ ਹੁੰਦਾ ਹੈ, ਉੱਥੇ ਪਾਤਸ਼ਾਹ ਨੇ ਇੱਕ ਵਿਸ਼ੇਸ਼ ਕਾਰਜ ਕੀਤਾ ਹੈ। ਮੈਂ ਇੱਕ ਵਿਦਵਾਨ ਨੂੰ ਪੜ੍ਹ ਰਿਹਾ ਸੀ, ਉਹੀ ਬਚਨ ਤੁਹਾਨੂੰ ਸੁਣਾਉਣਾ ਚਾਹਣਾ। ਧਿਆਨ ਦੇਣਾ ਗੁਰੂ ਪਿਆਰ ਵਾਲਿਓ, ਕਹਿੰਦੇ ਜਦੋਂ ਯੁੱਧ ਦਾ ਅੰਤ ਹੋਣ ਵਾਲਾ ਹੈ, ਪਾਤਸ਼ਾਹ ਜਾਣਦੇ ਨੇ ਕੀ ਅੱਗੇ ਹੋਣਾ ਹੈ। ਇਹ ਮਹਾਰਾਜ ਨੂੰ ਕੁਝ ਭੁੱਲਿਆ ਹੋਇਆ ਨਹੀਂ, ਕਿਉਂਕਿ ਪਾਤਸ਼ਾਹ ਜੀ ਤਾਂ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਸਭ ਕੁਝ ਜਾਣੀ ਜਾਣਦੇ। ਪਾਤਸ਼ਾਹ ਨੂੰ ਪਤਾ ਸੀ ਇੱਥੋਂ ਕਿਵੇਂ ਜਾਣਾ, ਕਿਵੇਂ ਸਾਨੂੰ ਸਿੰਘਾਂ ਨੇ ਹੁਕਮ ਲਾਉਣਾ, ਉਹ ਸਾਰਾ ਮਹਾਰਾਜ ਜਾਣਦੇ ਪਹਿਲਾਂ ਹੀ, ਪਰ ਇਹ ਖੇਡ ਵਰਤਾਉਣੀ ਹੈ। ਧਿਆਨ ਦੇਣਾ ਗੁਰੂ ਪਿਆਰ ਵਾਲਿਓ, ਜਦੋਂ ਯੁੱਧ ਦਾ ਅੰਤ ਹੋਣ ਵਾਲਾ ਸੀ ਤੇ ਇਤਿਹਾਸਕਾਰਾਂ ਨੇ ਇੱਕ ਬਚਨ ਲਿਖਿਆ ਹੈ ਕਿ ਸ਼ਾਮ ਦਾ ਜਦੋਂ ਵਕਤ ਹੋਇਆ, ਰਹਿਰਾਸ ਸਾਹਿਬ ਜੀ ਦਾ ਪਾਠ ਹੋਇਆ, ਅਰਦਾਸ ਹੋਈ ਤੇ ਅਰਦਾਸ ਦੇ ਵਿੱਚ ਇਹ ਬਚਨ ਕਹੇ ਗਏ ਕਿ ਸਤਿਗੁਰੂ ਪਾਤਸ਼ਾਹ ਪਰਮੇਸ਼ਰ ਜੀਓ, ਦਿਨ ਆਪ ਜੀ ਦੇ ਭਾਣੇ ਅੰਦਰ ਬਤੀਤ ਹੋਇਆ ਹੈ, ਰਹਿਣ ਆਈ ਹੈ ਆਪ ਜੀ ਦੇ ਭਾਣੇ ਅੰਦਰ ਸੁੱਖ ਨਾਲ ਬਤੀਤ ਹੋਵੇ। ਹੁਣ ਯੁੱਧ ਦਾ ਅੰਤ ਵੇਖ ਕਰਕੇ
ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ 4 ਮੁਗਲ ਸੈਨਾਪਤੀਆਂ ਨੂੰ 4 ਤੀਰ ਮਾਰੇ ਨੇ ਤੇ ਉਹਨਾਂ 4 ਤੀਰਾਂ ਦੇ ਨਾਲ ਇੱਕ ਇੱਕ ਚਿੱਠੀ ਲਿਖ ਕਰਕੇ ਵੀ ਭੇਜੀ ਹੈ ਪਾਤਸ਼ਾਹ ਜੀ ਨੇ। ਉਹ ਤੀਰ ਚਲਾਏ। ਇਤਿਹਾਸਕਾਰ ਲਿਖਦੇ ਨੇ ਕਿ ਪਹਿਲਾ ਤੀਰ ਵਜ਼ੀਰ ਖਾਨ ਨੂੰ ਮਾਰਿਆ ਹੈ। ਉਹ ਤੀਰ ਗਿਆ ਹੈ ਜਿਸ ਦੀ ਚਿੱਠੀ ਵਿੱਚ ਲਿਖਿਆ ਹੋਇਆ ਸੀ ਕਿ ਸੁਗੰਧ ਖਾ ਕਰਕੇ ਬੇਈਮਾਨ ਹੋਣ ਵਾਲਾ ਦੋਜ਼ਖ ਦੀ ਅੱਗ ਵਿੱਚ ਸੜਦਾ ਹੈ। ਇੱਕ ਤੀਰ ਮਰਦੂਦ ਨੂੰ ਮਾਰਨਾ ਕੀਤਾ ਜਿਸ ਦੀ ਚਿੱਠੀ ਵਿੱਚ ਇਹ ਬਚਨ ਲਿਖਿਆ ਹੋਇਆ ਸੀ ਕਿ ਕਸਮਾਂ ਖਾ ਕਰਕੇ ਮੁੱਕਰ ਜਾਣ ਵਾਲਾ ਦੀਨ ਤੇ ਦੁਨੀਆ ਗਵਾ ਲੈਂਦਾ, ਤੂੰ ਦੋਵੇਂ ਹੀ ਲੋਕ ਗਵਾ ਬੈਠਾ ਹੈ। ਇੱਕ ਤੀਰ ਜਿਹੜਾ ਉਹ ਜ਼ਬਰਦਸਤ ਖਾਨ ਲਾਹੌਰੀਏ ਦੀ ਪੱਗ ਵਿੱਚ ਮਾਰਿਆ ਹੈ, ਜਿਹੜਾ ਲਾਹੌਰ ਦਾ ਸੂਬਾ ਸੀ। ਉਹਦੀ ਚਿੱਠੀ ਵਿੱਚ ਲਿਖਿਆ ਹੈ ਕਿ ਕੁਰਾਨ ਦੀ ਕਸਮ ਤੋੜਨ ਵਾਲਾ ਨਰਕ ਵਿੱਚ ਪਵੇਗਾ। ਚੌਥਾ ਤੀਰ ਮੇਰੇ ਪਾਤਸ਼ਾਹ ਜੀ ਨੇ ਅਜਮੇਰ ਚੰਦ ਦੀ ਲੱਤ ਵਿੱਚ ਮਾਰਿਆ, ਜਿਹਦੀ ਚਿੱਠੀ ਵਿੱਚ ਇਹ ਲਿਖਿਆ ਹੋਇਆ ਸੀ ਕਿ ਤੈਨੂੰ ਕਦੇ ਸੁੱਖ ਨਸੀਬ ਨਹੀਂ ਹੋਵੇਗਾ, ਸਾਡਾ ਰੱਬ ਰਾਖਾ। ਇਹ ਪਾਤਸ਼ਾਹ ਨੇ 4 ਤੀਰ ਚਲਾਏ ਤੇ ਪਾਤਸ਼ਾਹ ਜੀ ਉੱਥੋਂ ਜਾਣਾ ਨਹੀਂ ਸੀ ਚਾਹੁੰਦੇ, ਸੋ ਸਿੰਘਾਂ ਦਾ ਹੁਕਮ ਮੰਨ ਕਰਕੇ ਪਾਤਸ਼ਾਹ ਨੇ ਗੜੀ ਨੂੰ ਤਿਆਗਿਆ। ਇੱਕ ਬਚਨ ਗੜੀ ਨਾਲ ਕੀਤਾ, ਉਹ ਬਚਨ ਮੈਂ ਤੁਹਾਡੇ ਸਨਮੁਖ ਰੱਖ ਦੇਵਾਂ। ਉਹ ਪਾਤਸ਼ਾਹ ਨੇ ਬਚਨ ਕੀਤਾ ਸੀ। ਇੱਕ ਵਿਦਵਾਨ ਲਿਖਦਾ, ਪਾਤਸ਼ਾਹ ਕਹਿਣ ਲੱਗੇ, ਗੜੀਏ ਵੇਖ ਮੈਂ ਹੱਸਦਾ ਜਾ ਰਿਹਾ ਹਾਂ, ਕੈਦੀ ਸਮੇਂ ਨੂੰ ਮੱਥੇ ਨਹੀਂ ਵੱਟ ਮੇਰੇ, ਤੇਰੇ ਕੋਲ ਪਿਆਸੇ ਨੇ ਪਏ ਸੁੱਤੇ, ਪੁੱਤਰ ਸੋਹਲ ਇਹ ਰੇਸ਼ਮੀ ਪੱਟ ਮੇਰੇ, ਪਾਇਆ ਖਫਣ ਨਹੀਂ ਇਹਨਾਂ ਤੇ ਇਸ ਖਾਤਰ, ਬਾਕੀ ਸਿੰਘ ਨਹੀਂ ਇਹਨਾਂ ਤੋਂ ਘੱਟ ਮੇਰੇ। ਮੈਂ ਇਹਨਾਂ ਤੇ ਖੱਪਣ ਇਸ ਕਰਕੇ ਨਹੀਂ ਪਾਇਆ ਕਿਉਂਕਿ ਮੈਂ ਬਾਕੀ ਸਿੰਘਾਂ ਨੂੰ ਆਪਣੇ ਸਾਹਿਬਜ਼ਾਦਿਆਂ ਨਾਲੋਂ ਘੱਟ ਨਹੀਂ ਸਮਝਿਆ, ਇੱਕੋ ਜੇ ਸਮਝਿਆ ਹੈ। ਗੜੀਏ ਫੇਰ ਨਹੀਂ ਕਦੇ ਵੀ ਮੇਲ ਹੋਣਾ, ਯਾਦ ਰੱਖੀ ਜੋ ਫਤਿਹ ਗਜਾ ਚੱਲਿਆ ਹਾਂ, ਭਾਰ ਹੋਰ ਵੀ ਸਿਰ ਤੋਂ ਅਜੇ ਲਾਵਣਾ ਏ, ਫਤਿਹ ਚਾਲੇ ਇਸ ਲਈ ਇਥੋਂ ਮੈਂ ਪਾ ਚੱਲਿਆ ਹਾਂ। ਪਾਤਸ਼ਾਹ ਨੇ ਇਹ ਬਚਨ ਕਹੇ। ਗੜੀ ਵਿੱਚੋਂ ਪਾਤਸ਼ਾਹ ਚੱਲ ਕਰਕੇ ਮਾਛੀਵਾੜੇ ਦੇ ਜੰਗਲਾਂ ਵਿੱਚ ਗਏ। ਇਤਿਹਾਸ ਮੇਰਾ ਹੈ। ਇਹ ਸ਼ਹਾਦਤਾਂ ਦਾ ਦੌਰ ਅੱਗੇ ਵੀ ਚੱਲਦਾ ਰਿਹਾ। ਅਨੇਕਾਂ ਸ਼ਹਾਦਤਾਂ ਸਤਿਗੁਰਾਂ ਤੋਂ ਬਾਅਦ ਵਿੱਚ ਵੀ ਹੋਈਆਂ ਅਤੇ 1978 ਵਿੱਚ ਹੋਈਆਂ, ਉਸ ਤੋਂ ਬਾਅਦ 1984 ਵਿੱਚ ਹੋਈਆਂ, ਉਸ ਤੋਂ ਬਾਅਦ ਵੀ ਸ਼ਹਾਦਤਾਂ ਦਾ ਦੌਰ ਚੱਲਦਾ ਰਿਹਾ। ਮੈਂ ਕਹਿ ਦੇਵਾਂ ਕਿ ਅੱਜ ਤੱਕ ਬੰਦ ਨਹੀਂ ਹੋਈਆਂ, ਅੱਜ ਤੱਕ ਵੀ ਸਿੱਖਾਂ ਦੀਆਂ ਸ਼ਹਾਦਤਾਂ ਹੋ ਰਹੀਆਂ ਨੇ। ਅਤੇ ਗੁਰੂ ਪਿਆਰ ਵਾਲਿਓ, ਜਿਨ੍ਹਾਂ ਸ਼ਹੀਦਾਂ ਨੇ ਆਪਣਾ ਜਿਹੜਾ ਕੌਮ ਵਾਸਤੇ ਵਾਰਿਆ ਹੈ, ਉਹਨਾਂ ਸ਼ਹੀਦਾਂ ਨੂੰ ਸਦਾ ਵਾਸਤੇ ਯਾਦ ਕੀਤਾ ਜਾਂਦਾ ਹੈ। ਸ਼ਹੀਦੋਂ ਕੀ चितों पे लगेंगे हर बरस मेले, वतन पर मिटने वाले का बाकी याही निशान होगा। ਉਹਨਾਂ ਦੀ ਨਿਸ਼ਾਨੀ ਇਹ ਹੈ ਕਿ ਉਹਨਾਂ ਨੂੰ ਦੁਨੀਆ ਯਾਦ ਕਰਦੀ ਹੈ ਤੇ ਅੱਲਾ ਯਾਰ ਖਾਂ ਜੋਗੀ ਤਾਂ ਇੱਥੋਂ ਤੱਕ ਕਹਿੰਦਾ ਹੈ ਕਿ ਸ਼ਹੀਦੋਂ ਕੀ ਕਤਲਗਾਹ ਸੇ ਕਿਆ ਬਿਹਤਰ ਹੈ ਕਾਬਾ। ਕਹਿੰਦੇ ਜਿੱਥੇ ਸ਼ਹੀਦ ਹੋਏ ਨੇ, ਕਹਿੰਦੇ ਉਸ ਕਤਲਗਾਹ ਦੇ ਨਾਲੋਂ ਕਿਤੇ ਕਾਬਾ ਵੱਡਾ ਹੈ। ਭਾਵੇਂ ਉਹਨਾਂ ਦਾ ਕਾਬਾ ਹੈ ਜਿਹਨੂੰ ਮੱਕਾ ਵੀ ਕਿਹਾ ਜਾਂਦਾ ਹੈ, ਉਹ ਸਭ ਤੋਂ ਮੁਕੱਦਸ ਸਥਾਨ ਮੰਨਿਆ ਜਾਂਦਾ ਹੈ, ਪਰ ਸ਼ਹੀਦਾਂ ਦੀ ਧਰਤੀ ਨੂੰ ਉਸ ਨੇ ਸਭ ਤੋਂ ਵੱਡਾ ਆਖਿਆ ਹੈ। ਅੱਜ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਆਪਾਂ ਜੁੜੇ ਹਾਂ। ਕੁਝ ਲੈ ਕੇ ਜਾਈਏ, ਜਿਹੜੇ ਕੇਸ ਕਤਲ ਕਰਵਾਉਂਦੇ ਨੇ ਉਹ ਪਰਨ ਕਰਕੇ ਜਾਓ। ਜੇ ਉਹਨਾਂ ਸ਼ਹੀਦਾਂ ਨੇ ਸਿੱਖੀ ਵਾਸਤੇ ਆਪਣਾ ਕੁਰਬਾਨ ਕੀਤਾ ਹੈ ਤੇ ਅੱਜ ਆਪਾਂ ਕੇਵਲ ਤੇ ਕੇਵਲ ਕੇਸ ਦਾੜੇ ਰੱਖ ਲਈਏ, ਅੰਮ੍ਰਿਤ ਛਕ ਲਈਏ ਤੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਧੰਨ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੀਏ, ਖੰਡੇ ਬਾਟੇ ਦਾ ਅੰਮ੍ਰਿਤ ਛਕੀਏ, ਗੁਰੂ ਦਸੀ ਮਰਿਆਦਾ ਵਿੱਚ ਚੱਲੀਏ, ਨਾਮ ਬਾਣੀ ਸਤ ਸੰਗਤ ਅਭਿਆਸ ਕਰੀਏ, ਤਾਂ ਸਾਡਾ ਇਹ ਸਮਾਗਮ ਮਨਾਇਆ ਹੋਇਆ ਸਫਲਾ ਹੋ ਜਾਵੇਗਾ। ਸਤਿਗੁਰੂ ਜੀ ਕਿਰਪਾ ਕਰਨ, ਇਤਨੀ ਸੇਵਾ ਪ੍ਰਵਾਨ ਕਰਿਓ। ਸਮੁੱਚੀਆਂ ਸੰਗਤਾਂ ਦਾ, ਪ੍ਰਬੰਧਕਾਂ ਦਾ, ਭਾਈ ਸਾਹਿਬ ਭਾਈ ਬਲਵੀਰ ਸਿੰਘ ਜੀ ਸਟੇਜ ਸੈਕਟਰੀ ਬੈਠੇ ਹੋਏ ਨੇ, ਉਹਨਾਂ ਦਾ ਧੰਨਵਾਦ ਹੈ, ਮਹਾਂਪੁਰਖਾਂ ਦਾ ਧੰਨਵਾਦ ਹੈ। ਕੋਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਭੁੱਲਾਂ ਦੀ ਖਿਮਾ ਬਖਸ਼ਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।